ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਕੀਤੇ ਗਏ ਚੱਕਾ ਜਾਮ ਅਤੇ ਸੰਸਦ ਮੈਂਬਰਾਂ ਵੱਲੋਂ ਰੇਲ ਮੰਤਰੀ ਨਾਲ ਕੀਤੀ ਗਈ ਮੀਟਿੰਗ ਬਾਰੇ। ਇਹਨਾਂ ਮੁੱਦਿਆਂ ਨਾਲ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ शुक्रिया। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵੱਲੋਂ ਜਿਹੜੇ 3 ਖੇਤੀ ਕਾਨੂੰਨ ਲੈ ਕੇ ਆਏ ਨੇ ਉਹਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸੀ, ਪਰ ਉਹਦਾ ਕੋਈ ਸਿੱਟਾ ਨਾ ਨਿਕਲਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ 5 ਨਵੰਬਰ ਨੂੰ ਦੇਸ਼ ਭਰ ਵਿੱਚ 4 ਘੰਟਿਆਂ ਲਈ ਜਿਹੜਾ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਨੇ ਸਵੇਰ ਤੋਂ ਜਿਹੜਾ ਸੀਗਾ ਦੇਸ਼ ਭਰ ਦੀ ਸੜਕਾਂ ਜਾਮ ਕਰਕੇ ਚੱਕਾ ਜਾਮ ਕੀਤਾ ਗਿਆ। ਅਸੀਂ ਜਾਣਨਾ ਚਾਹਾਂਗੇ ਅੱਜ ਦਾ ਮਾਹੌਲ ਕੀ ਰਿਹਾ, ਕਿਵੇਂ ਦਾ ਰਿਹਾ, ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇਹ ਚੱਕਾ ਜਾਮ ਕੀਤਾ ਗਿਆ ਉਹਦਾ ਕੀ ਜਿਹੜਾ ਸੀ ਨਤੀਜਾ ਰਿਹਾ। ਅੱਜ ਦਾ ਜਿਹੜਾ ਚੱਕਾ ਜਾਮ ਅਸਲ 'ਚ ਪਹਿਲਾ ਐਕਸ਼ਨ ਹੈ ਇਹੋ ਜਿਹਾ ਕਿਸਾਨ ਮੂਵਮੈਂਟ ਦਾ। ਇਸ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਮੂਵਮੈਂਟ ਪੰਜਾਬ ਦੇ ਵਿੱਚ ਹੀ ਹੈ। ਪੰਜਾਬ ਨੇ ਬਿਨਾਂ ਸ਼ੱਕ ਲੀਡ ਕੀਤਾ। ਸ਼ੁਰੂ ਤੋਂ ਪੰਜਾਬ ਬਹੁਤ ਸਰਗਰਮ ਅੰਦੋਲਨ ਦੇ ਵਿੱਚ ਹੈ ਪੰਜਾਬ ਦਾ ਕਿਸਾਨ, ਅਤੇ ਨਾਲ ਉਹਦੇ ਸੈਕੰਡ ਪੱਧਰ 'ਤੇ ਜੁੜਿਆ ਹੋਇਆ ਹਰਿਆਣੇ ਦਾ ਕਿਸਾਨ ਸੀ। ਪਹਿਲਾਂ ਜਦੋਂ 25 ਤਰੀਕ ਨੂੰ ਬੰਦ ਕੀਤਾ, 25 ਸਤੰਬਰ ਨੂੰ, ਉਦੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਪੰਜਾਬ ਦੀਆਂ ਜਥੇਬੰਦੀਆਂ ਨੇ, ਪਰ ਕੁਝ ਥਾਵਾਂ 'ਤੇ ਉਹਦੀ ਸਮਰਥਨ ਦੇ ਵਿੱਚ ਜਿਹੜਾ ਬੰਦ ਕੀਤਾ ਸੀ ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਪੱਧਰ 'ਤੇ। ਅਤੇ ਇਸ ਅੰਦੋਲਨ ਨੂੰ ਮਤਲਬ ਪੂਰੇ ਕੌਮੀ ਪੱਧਰ 'ਤੇ ਲਿਜਾਣ ਦੇ ਵਾਸਤੇ ਜਥੇਬੰਦੀਆਂ ਨੇ ਮੀਟਿੰਗ ਕੀਤੀ। ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਉਹਦੀ ਅਗਵਾਈ 'ਚ ਕੀਤੀ। ਫਿਰ ਉਹ ਤੋਂ ਬਾਅਦ ਇੱਕ ਹੋਰ ਜਥੇਬੰਦੀਆਂ ਦਾ ਗਰੁੱਪ ਹੈ ਕਿਸਾਨ ਮਹਾਸੰਘ, ਉਹਦੀਆਂ ਜਥੇਬੰਦੀਆਂ ਨੇ ਮੀਟਿੰਗ ਕੀਤੀ। ਉਹਨਾਂ ਨੇ ਇਹਦਾ ਸਪੋਰਟ ਕੀਤੀ ਹੈ ਕਿ ਹਾਂ ਅਸੀਂ ਸਾਰੇ ਕੀਤੇ, ਔਰ ਕਿਹਾ ਇਹ ਗਿਆ ਸੀ ਕਿ 22 ਰਾਜਾਂ ਤੋਂ ਨੁਮਾਇੰਦੇ ਜਿਹੜੇ ਨੇ ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ, ਅਤੇ 22 ਰਾਜਾਂ ਦੇ ਵਿੱਚ ਇਸ ਜਿਹੜਾ ਚੱਕਾ ਜਾਮ ਹੈ 4 ਘੰਟੇ ਦਾ, ਇਹਦੇ 'ਤੇ ਜਥੇਬੰਦੀਆਂ ਨੇ ਆਪਣੇ ਤਰੀਕੇ ਨਾਲ ਕੀਤਾ। ਅਜੇ ਤੱਕ ਕਿਉਂਕਿ ਰਿਪੋਰਟਾਂ ਬਹੁਤ ਜ਼ਿਆਦਾ ਉਸ ਲੈਵਲ 'ਤੇ ਨਹੀਂ, ਟੋਟਲ ਜਿਹੜਾ ਨੈਸ਼ਨਲ ਮੀਡੀਆ ਉਹ ਤਾਂ ਪੂਰੀ ਤਰ੍ਹਾਂ ਫੋਕਸ ਹੈ ਅਮਰੀਕਾ ਦੇ ਨਤੀਜਿਆਂ 'ਤੇ, ਇੱਧਰ ਉੱਧਰ। ਈਵਨ ਸਾਰੇ ਮੀਡੀਆ ਨੇ ਤਵੱਜੋ ਇਸ ਪਲ ਵੱਲ ਨਹੀਂ ਦਿੱਤੀ ਜਿਹੜਾ ਨੈਸ਼ਨਲ ਮੀਡੀਆ, ਕਿ ਪੰਜਾਬ ਦਾ ਚੀਫ ਮਿਨਿਸਟਰ, MLA, ਮੰਤਰੀ, MP ਉਹ ਦਿੱਲੀ ਧਰਨਾ ਦੇ ਕੇ ਆਏ ਨੇ ਇਸੇ ਮੁੱਦੇ 'ਤੇ ਚੱਲਦੇ ਹੋਏ, ਰੇਲਾਂ ਦੇ ਮਾਮਲੇ ਜਾਂ ਬਾਕੀ, ਉਹ ਵੀ ਕਵਰ ਨਹੀਂ ਬਹੁਤ ਜ਼ਿਆਦਾ ਹੋਇਆ, ਕਿਉਂਕਿ ਮੀਡੀਆ ਦਾ ਇੱਕ ਆਪਣਾ ਇੱਕ ਸਟਾਈਲ ਉਹ ਜਿਹਾ ਬਣ ਗਿਆ। ਅਸਲ ਰਿਪੋਰਟਾਂ ਤਾਂ ਹੌਲੀ ਹੌਲੀ ਮਤਲਬ ਬਾਅਦ ਦੇ ਵਿੱਚ ਵੱਖ-ਵੱਖ ਰਾਜਾਂ ਦੀਆਂ, ਕੋਈ ਸੋਸ਼ਲ ਮੀਡੀਆ ਰਾਹੀਂ ਜਾਂ ਲੋਕਲ ਮੀਡੀਆ ਜਿਹੜਾ ਹਰੇਕ ਸੂਬੇ ਦਾ, ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਮੀਡੀਆ ਜਿਹੜਾ ਮੇਨਲੀ ਉਹ ਕਰਦਾ, ਤਾਂ ਬਾਕੀ ਜਗ੍ਹਾ ਵੀ ਉਸ ਲੈਵਲ ਦੀਆਂ ਆਉਣਗੀਆਂ। ਪਰ ਪੰਜਾਬ ਦੇ ਵਿੱਚ 100 ਜਗ੍ਹਾ ਤੋਂ ਵੱਧ ਥਾਵਾਂ ਦੇ ਉੱਤੇ ਜਿਹੜਾ ਪੂਰੀ ਤਰ੍ਹਾਂ ਮਤਲਬ 4 ਘੰਟੇ ਪਹਿਲਾਂ ਹੀ ਕਿਸਾਨ, ਕਿਉਂਕਿ ਅੰਦੋਲਨ ਦੇ ਵਿੱਚ ਨੇ, ਪਹਿਲਾਂ ਹੀ ਬੈਠੇ ਹੋਏ ਨੇ ਬਹੁਤੀਆਂ ਜਗ੍ਹਾ 'ਤੇ ਤਾਂ, ਅਤੇ ਉਸ ਤੋਂ ਬਾਅਦ 4 ਘੰਟੇ ਉਹਨਾਂ ਨੇ ਮਿੱਥ ਕੇ ਸੜਕਾਂ 'ਤੇ ਉਦੋਂ ਆਏ ਜਦੋਂ 12 ਵੱਜ ਗਏ, ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਚੱਕਣ ਦਾ ਐਲਾਨ ਕੀਤਾ। ਅਤੇ ਹਰਿਆਣੇ ਦੇ ਵਿੱਚ ਵੀ ਕਈ ਜਗ੍ਹਾ, ਕਾਫੀ ਜਗ੍ਹਾ ਜਿਹੜਾ ਜਾਮ ਹੋਇਆ, 20 ਜਗ੍ਹਾ ਦਾ ਤਾਂ ਉਹਨਾਂ ਦਾ ਕਹਿਣਾ ਹੈ, ਜਿਹੜੇ ਉੱਥੇ ਦੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ, ਕਿ 20 ਜਗ੍ਹਾ ਜਾਮ ਹੋਇਆ। ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਸ ਲੈਵਲ ਦਾ ਚੱਕਾ ਜਾਮ ਹੋਇਆ। ਇਹਦਾ ਮਤਲਬ ਇਹ ਇੱਕ ਹੋਰ ਬਹੁਤ ਇਹਦੇ 'ਚ ਇੱਕ ਖੂਬਸੂਰਤੀ ਇਹ ਹੈ ਕਿ ਜੇ ਅੰਦੋਲਨ ਜਦੋਂ ਤੋਂ ਚੱਲ ਰਿਹਾ ਹੈ, ਇਹ ਬੜੇ ਹੀ ਸ਼ਾਂਤਮਈ, ਪੀਸਫੁਲ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਿਸਾਨ ਦੱਸ ਰਹੇ ਨੇ, ਔਰ ਬਿਨਾਂ ਕਿਸੇ ਨੂੰ ਤੰਗ ਜਾਂ ਪਰੇਸ਼ਾਨ ਉਸ ਰੂਪ ਦੇ ਵਿੱਚ ਕੀਤੇ। ਅੱਜ ਵੀ ਕੋਈ ਇਹੋ ਜਿਹੀ ਘਟਨਾ ਦੀ ਸੂਚਨਾ ਹਜੇ ਤੱਕ ਨਹੀਂ ਹੈ ਅਵੇਲੇਬਲ ਕਿ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਗੱਲ ਵਾਪਰੀ ਹੋਏ, ਕਿਤੇ ਟਕਰਾਅ ਹੋ ਗਿਆ ਹੋਵੇ, ਕਿਤੇ ਬਾਕੀ ਦੀ ਗੱਲ ਹੋਵੇ। ਇਸ ਅੰਦੋਲਨ ਦੀ ਬਹੁਤ ਬੜੀ ਤਾਕਤ ਵੀ ਹੈ। ਇਸ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ, ਬੱਚੇ ਔਰ ਮਜ਼ਦੂਰ ਜਥੇਬੰਦੀਆਂ ਦੇ ਆਗੂ, ਮਜ਼ਦੂਰ ਮਤਲਬ ਆਪ ਵੀ ਕਾਫੀ ਹੱਦ ਤੱਕ ਦੇਖੇ ਗਏ ਨੇ ਕਿ ਸਾਰੇ ਅੰਦੋਲਨ ਦੀ ਸਪੋਰਟ ਦੇ ਵਜੋਂ, ਔਰ ਸ਼ਹਿਰਾਂ ਦੇ ਵਿੱਚ ਵੀ ਉਸ ਲੈਵਲ ਦਾ। ਇਸ ਕਰਕੇ ਇਹ ਅੰਦੋਲਨ ਤੋਂ ਮੈਸੇਜ ਇਹ ਜਾਣਾ ਚਾਹੀਦਾ ਹੈ ਕਿ ਜਿਸ ਲੈਵਲ ਦੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨੀ ਜਾਂ ਹੋਰ ਲੋਕ ਜਾਂ ਸਮਾਜ ਦੇ ਲੋਕ ਪੰਜਾਬ ਵਰਗੇ ਸੂਬੇ ਅਤੇ ਹਰਿਆਣੇ ਵਰਗੇ ਤਾਂ ਹੋਂਦ ਦੀ ਲੜਾਈ ਇਹਨੂੰ ਮੰਨ ਕੇ ਚੱਲ ਰਹੇ ਨੇ, ਅਤੇ ਗੌਰਮੈਂਟਾਂ ਨੂੰ ਇਸ ਪਾਸੇ ਧਿਆਨ, ਪਰ ਗੌਰਮੈਂਟਾਂ ਦੀ ਬੇਰੁਖੀ ਜਿਹੜੀ ਹੈ ਉਹ ਸ਼ਾਇਦ ਹੋਰ ਮੌਕਾ, ਜਦੋਂ ਸੰਘਰਸ਼ ਲੰਮੇ ਚੱਲਦੇ ਨੇ, ਲੰਮੇ ਸੰਘਰਸ਼ਾਂ ਦੇ ਵਿੱਚ ਪਰੇਸ਼ਾਨੀ ਵੱਧਦੀ ਹੈ ਤਾਂ ਤੁਸੀਂ ਉਹਨਾਂ ਦੇ ਮਨ ਨੂੰ ਹੋਰ ਉਚਾਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਅਜੇ ਤੱਕ ਸੰਜਮ, ਸਬਰ, ਸੰਤੋਖ ਨਾਲ ਚੱਲ ਰਿਹਾ ਸੰਘਰਸ਼ ਹੈ, ਔਰ ਅੱਜ ਇਹਦਾ ਇੰਪੈਕਟ ਜਿਹੜਾ ਅਸਰ ਹੈ ਉਹ ਮੇਰੇ ਖਿਆਲ ਹੈ ਜ਼ਰੂਰ ਦਿਖਾਈ ਦੇਗਾ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਇਹ ਸੰਘਰਸ਼ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ, ਅਤੇ ਇਹ ਸੰਘਰਸ਼ ਦੀ ਸ਼ੁਰੂਆਤ ਜਿਹੜੀ ਸੀਗੀ ਪੰਜਾਬ ਨੇ ਕੀਤੀ ਸੀ, ਤੇ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਜਿਹੜੀ ਹੈਗੀ
ਇਸ ਰੋਸ ਪ੍ਰਦਰਸ਼ਨ ਵੱਲ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਕਿਸਾਨਾਂ ਵੱਲੋਂ ਇਹ ਜਿਹੜਾ ਸੰਘਰਸ਼ ਹੈਗਾ ਦੇਸ਼ ਭਰ ਦੇ ਵਿੱਚ ਲੈ ਕੇ ਜਾਣ ਮਜਬੂਰ ਹੋਣਾ ਪਿਆ। ਅੱਜ ਕਿਸਾਨਾਂ ਨੇ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ। ਇਹ ਅੱਜ ਦਾ ਚੱਕਾ ਜਾਮ ਹੋ ਗਿਆ। ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ ਕੀ ਹੋਵੇਗੀ, ਕੀ ਉਹਨਾਂ ਨੇ ਪਲੈਨਿੰਗ ਕੀਤੀ ਹੈ, ਕੀ ਹੁਣ ਤੱਕ ਉਹਨਾਂ ਨੇ ਐਲਾਨ ਕੀਤਾ? ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਜਿਹੜੀ ਉਹ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੀ, ਉਹਦੇ 'ਚ 2 ਐਕਸ਼ਨ ਲਿਖੇ ਸੀ। ਇੱਕ ਇਹ ਤੇ ਦੂਜਾ 26 ਤੇ 27 ਜਿਹੜਾ ਨਵੰਬਰ ਹੈ ਉਹਨੂੰ ਦਿੱਲੀ ਦੇ ਘਿਰਾਓ ਦਾ ਮਾਮਲਾ, ਕਿ ਚਾਰੇ ਪਾਸਿਓਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਾਣ, ਦਿੱਲੀ ਸਰਕਾਰ ਦਾ ਇੱਕ ਘਿਰਾਓ ਕੀਤਾ ਜਾਏ। ਔਰ ਉਸ ਦੇ ਵਿੱਚ ਹੁਣ ਇਹ ਤੋਂ ਬਾਅਦ ਮੇਰੇ ਖਿਆਲ ਹੈ ਜਥੇਬੰਦੀਆਂ ਉਹਦੇ 'ਚ ਹੀ ਜੁਟਣਗੀਆਂ। ਉਹਦਾ ਇੱਕ ਕਾਰਨ ਵੀ ਹੈ ਹੁਣ, ਕਿਉਂਕਿ ਪੰਜਾਬ ਹਰਿਆਣੇ ਦੇ ਵਿੱਚ ਝੋਨੇ ਦਾ ਖਾਸ ਤੌਰ 'ਤੇ ਬਹੁਤ ਜ਼ਿਆਦਾ ਸੀਜ਼ਨ ਵੀ ਸੀ, ਔਰ ਉਦੋਂ ਤੱਕ ਕਣਕ ਵੀ ਦੀ ਬਿਜਾਈ ਹੋ ਜਾਣੀ ਹੈ ਤੇ ਝੋਨੇ ਦਾ ਸੀਜ਼ਨ ਨਿਕਲ ਜਾਣਾ, ਤੇ ਉਦੋਂ ਕਿਸਾਨਾਂ ਦਾ ਜਨਤਕ ਰੂਪ ਜਿਹੜਾ ਹੈ ਅੰਦੋਲਨ ਦੇ ਵਿੱਚ ਕਿੰਨੇ ਕਿਸਾਨ ਇਨਵੋਲਵ ਹੁੰਦੇ ਨੇ, ਸ਼ਾਮਲ ਕਰ ਪਾਉਂਦੇ ਨੇ, ਉਹ ਦਿਖਾਈ ਦੇਗਾ ਉਸ ਪੱਧਰ ਦੇ ਉੱਤੇ। ਔਰ ਇਸੇ ਤਰ੍ਹਾਂ ਹੀ ਔਰ ਇਹ ਵੀ ਇੱਕ ਕਮੇਟੀ ਵੀ ਬਣੀ ਸੀ ਉੱਥੇ 5 ਮੈਂਬਰੀ ਕਮੇਟੀ ਜਿਹੜੀ ਉਸ ਮੀਟਿੰਗ ਤੋਂ ਬਾਅਦ, ਕਿ ਉਹ ਕਮੇਟੀ ਜਿਹੜੀਆਂ ਕੁਝ ਜਥੇਬੰਦੀਆਂ ਹੋਰ ਬਾਹਰ ਰਹਿ ਗਈਆਂ ਨੇ ਉਹਨਾਂ ਨੂੰ ਵੀ ਅਪਰੋਚ ਕਰੇਗੀ, ਉਹਨਾਂ ਨਾਲ ਵੀ ਗੱਲਬਾਤ ਕਰੇਗੀ ਤਾਂ ਕਿ ਇਹ ਇੱਕ ਪੂਰੀ ਤਰ੍ਹਾਂ ਇੱਕ ਸਾਂਝੇ ਸੰਘਰਸ਼ ਦੇ ਰੂਪ ਦੇ ਵਿੱਚ ਲਿਆਂਦਾ ਜਾਏ। ਔਰ ਜਿਵੇਂ ਇੱਕ ਹੋਰ ਪਹਿਲੂ ਸੀ ਜਿਹੜਾ ਅਜੇ ਕਿਸਾਨ ਜਥੇਬੰਦੀਆਂ ਨੇ ਇੱਕ ਸੰਕੇਤਕ ਰੂਪ ਦੇ ਵਿੱਚ ਤਾਂ ਦਿੱਤਾ ਕਿ ਜਿਹੜੇ ਪੁਤਲੇ ਸਾੜੇ ਸੀਗੇ ਉਹ ਸ਼ਹਿਰਾਂ ਦੇ ਵਿੱਚ ਜਾ ਕੇ ਸਾੜੇ, ਪਰ ਉਹ ਸ਼ਹਿਰਾਂ ਨਾਲ, ਵਪਾਰੀਆਂ ਨਾਲ, ਵੱਖ-ਵੱਖ ਵਰਗਾਂ ਨਾਲ ਸੰਵਾਦ ਰਚਾਉਣ ਦਾ ਕੰਮ, ਉਹਨਾਂ ਨੂੰ ਉਹਦੇ ਬਾਰੇ ਕਾਇਲ ਕਰਨ ਦਾ ਕਿ ਉਹ ਸੰਘਰਸ਼ ਸਰਗਰਮ ਭੂਮਿਕਾ ਨਿਭਾਉਣ, ਉਹ ਵੀ ਐਂਗਲ ਕਿਸਾਨ ਜਥੇਬੰਦੀਆਂ ਦਾ ਏਜੰਡੇ 'ਤੇ ਮੇਰੇ ਖਿਆਲ ਉਸ ਲੈਵਲ 'ਤੇ ਹੈ ਜੀ। ਇਹਦੇ ਤੋਂ ਵੀ ਇੱਕ ਅਲੱਗ ਜਿਹੜਾ ਪਹਿਲੂ ਨਾਲ ਚੱਲ ਰਿਹਾ ਉਹ ਸਿਆਸੀ ਰੂਪ ਦੇ ਵਿੱਚ ਵੀ ਚੱਲ ਰਿਹਾ। ਸਿਆਸੀ ਤੌਰ 'ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਉੱਥੇ ਧਰਨਾ ਦਿੱਤਾ, ਭਾਵੇਂ ਕਿਸਾਨ ਅੰਦੋਲਨ ਦਾ ਪੋਲੀਟੀਕਲ ਅਸਰ ਇਸ 'ਚ ਦਿਖਾਈ ਦੇਣਾ ਸੁਭਾਵਿਕ ਸੀ। ਅਕਾਲੀ ਦਲ ਦਾ ਯੂ ਟਰਨ, ਉਦੋਂ ਬਾਅਦ ਅਮਰਿੰਦਰ ਸਿੰਘ ਨੂੰ ਇਹ ਮਜਬੂਰ ਕਰਨਾ ਕਿ ਉਹ ਸਮੇਂ ਸਿਰ ਅਸੈਂਬਲੀ ਸੈਸ਼ਨ ਸੱਦਣ ਅਤੇ ਸਾਰੀਆਂ ਪਾਰਟੀਆਂ 'ਤੇ ਦਬਾਅ ਪਾਉਣਾ ਕਿ ਉਹ ਸਰਬਸੰਮਤੀ ਨਾਲ ਕੇਂਦਰ ਦੇ ਬਿੱਲਾਂ ਦੇ ਖਿਲਾਫ ਆਪਣੇ ਬਿੱਲਾਂ ਨੂੰ ਮਨਜ਼ੂਰ ਕਰਨ, ਔਰ ਫਿਰ ਰਾਸ਼ਟਰਪਤੀ ਦੇ ਭੇਜਣ ਦਾ ਜਿਹੜਾ ਸਵਾਲ ਸੀ। ਕੱਲ੍ਹ ਚੀਫ ਮਿਨਿਸਟਰ ਨੇ ਇੱਕ ਬੜੀ ਗੱਲ ਇਹ ਕਹੀ ਕਿ ਗਵਰਨਰ ਨੇ ਕਿਉਂ ਰੋਕਿਆ ਹੋਇਆ, ਮਤਲਬ ਕਿਉਂਕਿ ਉਹਦਾ ਤਾਂ ਕੰਮ ਇਹੀ ਹੈ ਕਿ ਇਕੱਲਾ ਰਾਸ਼ਟਰਪਤੀ ਨੂੰ ਭੇਜਣਾ ਸੀ। ਇਹਦਾ ਮਤਲਬ ਇਹਦੇ ਪਿੱਛੇ ਵੀ ਇੱਕ ਗੱਲ ਨਜ਼ਰ ਆ ਰਹੀ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਇਸ਼ਾਰਾ ਹੋਏਗਾ ਕਿ ਇਹਨੂੰ ਲਟਕਾਇਆ ਜਾਵੇ, ਉਹ ਜਿਹੜਾ ਕਿ ਨੀਅਤ ਓਵਰਆਲ ਲੱਗ ਰਹੀ ਹੈ। ਉਹ ਸਾਰੇ ਮਾਮਲੇ ਦੇ ਵਿੱਚੋਂ ਹੁਣ ਜਿਹੜਾ ਮਾਮਲਾ ਹੈ ਕਿ ਉਹ ਉਸ ਪਾਸੇ ਵੱਲ ਜਾਂਦਾ ਨਜ਼ਰ ਆ ਰਿਹਾ ਕਿ ਜਿੱਥੇ ਤੁਸੀਂ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਦੀ ਵੀ ਗੱਲ ਸੁਣਨ ਲਈ ਤਿਆਰ ਨਹੀਂ, ਔਰ ਜਿੱਥੇ ਤੁਸੀਂ ਕਿਸਾਨਾਂ ਨਾਲ ਵੀ ਕੋਈ ਰਾਬਤਾ ਬਣਾਉਣ ਲਈ ਤਿਆਰ ਨਹੀਂ ਕਿ ਕਿਵੇਂ ਕੀਤਾ। ਅੜੀਅਲ ਰੁੱਖ ਜਿਹੜਾ ਬਹੁਤ ਵੱਡੇ ਪੱਧਰ 'ਤੇ ਅਪਣਾਇਆ ਜਾ ਰਿਹਾ ਕੇਂਦਰ ਦੀ ਸਰਕਾਰ ਵੱਲੋਂ, ਔਰ ਉਹ ਰੁੱਖ ਮੇਰਾ ਖਿਆਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਹੀਂ ਹੈ ਕਿਸੇ ਵੀ ਦੇਸ਼ ਦੀ ਜਮਹੂਰੀਅਤ ਲਈ। ਕਿਸੇ ਨੂੰ ਵੀ ਚਲਾਉਣ ਦੇ ਵਾਸਤੇ ਸਰਕਾਰਾਂ ਵੱਲੋਂ ਅੜੀ ਕਰਨਾ ਜਿਹੜਾ ਉਹ ਹਮੇਸ਼ਾ ਹੀ, ਚਲੋ ਅੰਦੋਲਨ ਤਾਂ ਕਈ ਵਾਰ ਅੜੀ ਵੀ ਕਰਦੇ ਨੇ ਅਤੇ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੇ ਨੇ, ਸਰਕਾਰਾਂ ਦਾ ਇਹ ਐਟੀਚਿਊਡ ਜਿਹੜਾ ਉਹ ਬੜਾ ਖਤਰਨਾਕ ਨਤੀਜੇ ਕੱਢਣ ਦੀ ਸੰਭਾਵਨਾ ਰੱਖਦਾ ਹੁੰਦਾ ਉਸ ਲੈਵਲ ਦੇ ਉੱਤੇ। ਇਹ ਸੋਚਣਾ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਇਹ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ, ਸੂਬਿਆਂ ਦੀਆਂ ਸਰਕਾਰਾਂ ਨਾਲ ਵੀ ਗੱਲਬਾਤ ਕੀਤੀ ਜਾਵੇ, ਕਿਉਂਕਿ ਇਕੱਲਾ ਪੰਜਾਬ ਨਹੀਂ ਹੈ, ਛੱਤੀਸਗੜ੍ਹ ਦੀ ਸਰਕਾਰ ਨੇ ਉਹ ਪਾਏ ਬਿੱਲ ਨੇ, ਔਰ ਇਸੇ ਤਰ੍ਹਾਂ ਜਿਹੜਾ ਰਾਜਸਥਾਨ ਦੀ ਅਸੈਂਬਲੀ ਨੇ ਵੀ ਬਿੱਲ ਪਾਸ ਕੀਤੇ ਨੇ, ਔਰ ਦਿੱਲੀ ਦੀ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ। ਉਹ ਅਲੱਗ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਇੱਥੇ ਖਾਮੋਸ਼ ਨੇ, ਔਰ ਜੇ ਦਿੱਲੀ ਦਿੱਲੀ ਦੀ ਸਰਕਾਰ ਜਿਹੜੀ ਕਹਿੰਦੀ ਅਸੀਂ ਕਿਸਾਨਾਂ ਨੂੰ 20,000 ਰੁਪਏ ਜੇ ਕੰਪਨਸੇਸ਼ਨ ਦਿੰਦੇ ਹਾਂ ਜੇ ਫਸਲ ਮਰ ਜਾਂਦੀ ਹੈ, ਅਸੀਂ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਖੁਦ ਫੈਸਲਾ ਕੀਤਾ ਭਾਅ ਦੇਵਾਂਗੇ, ਤਾਂ ਬਹੁਤ ਥੋੜ੍ਹੇ ਵਾਲੇ ਭਾਅ ਦਾ ਤਾਂ ਕਾਨੂੰਨ ਘੱਟੋ ਘੱਟ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਬਣ ਜਾਣਾ ਚਾਹੀਦਾ ਸੀ ਫਿਰ। ਔਰ ਜੇ ਉਹ ਨਹੀਂ ਬਣਦਾ, ਇਹਦਾ ਮਤਲਬ ਉਹ ਇਸ ਕਿਸਾਨੀ ਸੰਘਰਸ਼ ਦਾ ਜੋ ਰੂਪ ਰੇਖਾ, ਜੋ ਫੈਡਰਲਿਜ਼ਮ ਦੇ ਕੁਐਸਚਨ ਨੇ, ਉਹਨਾਂ ਤੋਂ ਦੂਰ ਜਾ ਰਹੀ ਹੈ, ਔਰ ਇਹ ਅੰਦੋਲਨ ਹੌਲੀ ਫੈਲ ਰਿਹਾ ਹੈ ਆਪਣੇ ਪੱਧਰ 'ਤੇ। ਹਮੀਰ ਸਿੰਘ ਜੀ, ਇਹ ਤਾਂ ਸੀਗੀ ਕਿਸਾਨ ਅੰਦੋਲਨ ਦੀ ਗੱਲ। ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ, ਰਾਸ਼ਟਰਪਤੀ ਨੇ ਸਮਾਂ ਨਹੀਂ ਦਿੱਤਾ। ਉੱਥੇ ਹੀ ਪੰਜਾਬ ਦੇ ਸੰਸਦ ਮੈਂਬਰ ਜਿਹੜੇ ਸੀਗੇ ਉਹ ਰੇਲ ਮੰਤਰੀ ਨਾਲ ਮੁਲਾਕਾਤ ਲਈ ਸਮੇਂ ਦੀ ਮੰਗ ਕਰ ਰਹੇ ਸੀ। ਪਹਿਲਾਂ ਤਾਂ ਉਹਨਾਂ ਵੱਲੋਂ ਕੋਈ ਸਮਾਂ ਨਹੀਂ ਦਿੱਤਾ ਗਿਆ, ਪਰ ਅੱਜ ਜਿਹੜੀ ਪੰਜਾਬ ਦੇ ਸੰਸਦ ਮੈਂਬਰਾਂ ਦੀ ਰੇਲ ਮੰਤਰੀ ਨਾਲ ਮੀਟਿੰਗ ਹੋਈ ਹੈ, ਇਹ ਮੀਟਿੰਗ ਦੇ ਵਿੱਚ ਸੰਸਦ ਮੈਂਬਰਾਂ ਨੇ ਕੀ ਮੁੱਦੇ ਜਿਹੜੇ ਹੈਗੇ ਉਹਨਾਂ ਸਾਹਮਣੇ ਰੱਖੇ ਨੇ ਅਤੇ ਇਹ ਮੀਟਿੰਗ ਦਾ ਕੀ ਸਿੱਟਾ ਨਿਕਲਿਆ? ਬਿਨਾਂ ਸ਼ੱਕ ਜਿਹੜੇ ਰੇਲਵੇ ਮੰਤਰੀ ਨਾਲ ਮੀਟਿੰਗ ਸੀ, ਔਰ ਇਹ ਸਾਰੇ MP ਜਿਹੜੇ ਗਏ ਨੇ,
ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਆਪਣੇ ਇੱਕ ਇੱਥੋਂ ਪੰਜਾਬ ਦੇ ਲੀਡਰ ਨੂੰ, ਜਿਹੜਾ ਬੀਜੇਪੀ ਦਾ ਜਨਰਲ ਸੈਕਟਰੀ ਹੈ, ਤੁਰਨ ਚੁੱਗ ਨੂੰ ਬੁਲਾਇਆ ਪਹਿਲਾਂ ਉਸੇ ਮੀਟਿੰਗ ਦੇ ਵਿੱਚ ਨਾਲ, ਔਰ ਇਹ ਆਪਣੇ ਆਪ 'ਚ ਇਹ ਦੱਸਦੀ ਹੈ ਕਿ ਤੁਸੀਂ ਇੱਕ ਪਾਰਟੀ ਦੀ ਤਰ੍ਹਾਂ ਸਰਕਾਰ ਚਲਾ ਰਹੇ ਹੋ, ਇੱਕ ਪਾਰਟੀ ਦੀ ਤਰ੍ਹਾਂ ਬਿਹੇਵ ਕਰ ਰਹੇ ਹੋ, ਭਾਰਤ ਸਰਕਾਰ ਦੀ ਤਰ੍ਹਾਂ ਬਿਹੇਵ ਨਹੀਂ ਕਰ ਰਹੇ, ਵਰਤਾਅ ਨਹੀਂ ਕਰ ਰਹੇ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜਾ ਹੁੰਦਾ। ਤੁਸੀਂ ਉਹਦੇ ਤੇ ਯਕੀਨ ਕਰਦੇ ਹੋ ਸੂਚਨਾ ਤੇ ਜਿਹੜੀ ਗਵਰਨਮੈਂਟ ਹੈ ਪੰਜਾਬ ਦੀ ਉਹਦੇ ਤੇ ਸ਼ਾਇਦ ਯਕੀਨ ਨਹੀਂ ਕਰਦੇ। ਜਿਵੇਂ ਉੱਥੇ ਹੋਇਆ, ਜਿਹੜਾ ਉਦੋਂ ਬਾਹਰ ਆ ਕੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਜੋ ਗੱਲ ਕੀਤੀ ਹੈ, ਔਰ ਉਹ ਰਵਨੀਤ ਬਿੱਟੂ ਨੇ, ਉਹ ਤਾਂ ਇਹ ਕਹਿ ਰਿਹਾ ਸਿੱਧਾ ਕਿ ਸਾਨੂੰ ਇਹ ਕਿਹਾ ਗਿਆ ਕਿ ਜਾਂ ਤਾਂ ਇਹ ਕਾਨੂੰਨ ਮੰਨ ਲਓ, ਨਹੀਂ ਤਾਂ ਫਿਰ ਐਵੇਂ ਭੁਗਤੋਗੇ। ਜੇ ਇਹ ਗੱਲ ਕਹੀ ਗਈ ਹੈ ਜਿਹੜਾ ਕਿ ਮੈਂਬਰ ਪਾਰਲੀਮੈਂਟ ਨੇ ਕਿਹਾ, ਤਾਂ ਇਹ ਤਾਂ ਬਹੁਤ ਖਤਰਨਾਕ ਐਟੀਟਿਊਡ ਹੈ, ਬਹੁਤ ਖਤਰਨਾਕ ਸਵਾਲ ਹੈ, ਇੱਕ ਤਾਨਾਸ਼ਾਹ ਦਾ ਰੂਪ ਹੈ ਕਿ ਤੁਸੀਂ ਕੇਂਦਰ ਸਰਕਾਰ ਦੇ ਵਿੱਚ ਹੋ ਕੇ ਤੁਸੀਂ ਧੱਕੇ ਨਾਲ ਪੰਜਾਬ ਦੇ ਖਿਲਾਫ ਇੱਕ ਸਾਜ਼ਿਸ਼ੀ ਤੌਰ ਤੇ ਇੱਕ ਲੜਾਈ ਜੰਗ ਵਿੱਢਤੀ ਹੈ। ਜਦੋਂ ਸਰਕਾਰਾਂ ਜੰਗ ਵਿੱਢਦੀਆਂ ਨੇ ਕਿ ਆਪਣੇ ਹੀ ਲੋਕਾਂ ਦੇ ਖਿਲਾਫ, ਆਪਣੇ ਕਿਸੇ ਖਿੱਤੇ ਦੇ ਖਿਲਾਫ, ਤਾਂ ਲਾਜ਼ਮੀ ਹੈ ਕਿ ਉਹ ਟਕਰਾਅ ਜਿਹੜਾ ਬੜਾ ਹੀ ਖਤਰਨਾਕ ਰੂਪ ਵੀ ਲੈ ਸਕਦਾ ਹੁੰਦਾ। ਪਰ ਬੀਜੇਪੀ ਦੇ ਆਗੂ ਤਰਨ ਚੁੱਗ ਦਾ ਜਿਹੜਾ ਇਹ ਕਹਿਣਾ ਹੈ ਕਿ ਨਹੀਂ ਜੀ, ਆਫੀਸ਼ੀਅਲ ਪ੍ਰੈਸ ਨੋਟ ਇਹੀ ਹੈ ਕਿ ਅਸੀਂ ਤਾਂ ਚਲਾਉਣ ਲਈ ਤਿਆਰ ਹਾਂ, ਪਰ ਪੰਜਾਬ ਦੀ ਸਰਕਾਰ ਜ਼ਿੰਮੇਵਾਰੀ ਨਹੀਂ ਲੈ ਰਹੀ ਟਰੈਕ ਉਹਦੇ ਤੇ। ਔਰ ਸਵਾਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਨੇ ਲਿਖਤੀ ਤੌਰ ਤੇ ਦੇ ਦਿੱਤਾ ਹੋਇਆ ਕਿ ਮੇਰੀ ਜ਼ਿੰਮੇਵਾਰੀ ਹੈ, ਔਰ ਉਹ ਐਮਪੀ ਵੀ ਇਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਉਹੀ ਪੱਤਰ ਲੈਟਰ ਜਿਹੜਾ ਨਾਲ ਵੀ ਲੈ ਕੇ ਗਏ ਕਿ ਆਹ ਲਿਖਤੀ ਤੌਰ ਤੇ ਦੇ ਦਿੱਤਾ ਗਿਆ, ਤੁਹਾਨੂੰ ਹੋਰ ਕੌਣ ਕੀ ਦੇ ਦੇ, ਗਰੰਟੀ ਹੋਰ ਕਿਵੇਂ ਕਰਦੇ ਹੁੰਦੇ ਨੇ ਕੋਈ ਬੰਦੇ। ਕੱਲ੍ਹ ਨੂੰ ਕੋਈ ਘਟਨਾ ਵਾਪਰਦੀ ਹੈ ਤਾਂ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੈ ਤੇ ਉਹਦੀ ਜ਼ਿੰਮੇਵਾਰੀ ਹੈ ਉੱਥੇ ਚਲਾਉਣ ਦੀ। ਪਰ ਉਹਨਾਂ ਨੇ ਇੱਕ ਸ਼ਰਤ ਇਹ ਲਾਤੀ, ਜੇ ਤੁਸੀਂ ਉਹਨਾਂ ਦਾ ਬਿਆਨ ਸੁਣਦੇ ਹੋ ਤਾਂ ਸ਼ਰਤ ਨਾਲ ਇਹ ਹੈ ਕਿ ਜਿਹੜੇ 2 ਪ੍ਰਾਈਵੇਟ ਕੋਲੇ ਦੇ ਥਰਮਲ ਵੀ ਨੇ, ਜਿੰਨਾ ਚਿਰ ਉੱਥੇ ਦੀ ਗਰੰਟੀ ਤੁਸੀਂ ਨਹੀਂ ਕਰਦੇ ਕਿ ਉੱਥੇ ਵੀ ਕੋਲਾ ਜਾਵੇ, ਉਨਾ ਚਿਰ ਨਹੀਂ ਮੰਨਾਂਗੇ। ਉਹਦੇ ਤੋਂ ਨੀਅਤ ਇਹ ਆ ਰਹੀ ਹੈ ਕਿ ਪੰਜਾਬ ਦੇ ਲੋਕਾਂ ਦਾ ਚਾਹੇ ਜੋ ਮਰਜ਼ੀ ਨੁਕਸਾਨ ਹੋਏ, ਪਰ 1 ਜਾਂ 2 ਕਾਰਪੋਰੇਟ ਘਰਾਣਿਆਂ ਦਾ ਨੁਕਸਾਨ ਗਵਰਨਮੈਂਟ ਆਫ ਇੰਡੀਆ ਬਰਦਾਸ਼ਤ ਨਹੀਂ ਕਰੇਗੀ। ਉਹਦੇ 'ਚੋਂ ਇਸ ਲੈਵਲ ਦਾ ਮੈਸੇਜ ਉਹ ਦੇਣਾ ਚਾਹੁੰਦੇ ਨੇ ਔਰ ਸਾਡੇ ਸਾਹਮਣੇ ਹੈ। ਫਿਰ ਉਹ ਕਹਿ ਰਹੇ ਨੇ ਕਿ ਜੇ ਪੈਸੰਜਰ ਟ੍ਰੇਨਾਂ ਨਹੀਂ ਚੱਲਣਗੀਆਂ ਤਾਂ ਅਸੀਂ ਨਹੀਂ ਮਾਲ ਗੱਡੀਆਂ ਅਲਾਉ ਕਰਾਂਗੇ। ਔਰ ਜੇ ਦਲੀਲ ਦੇ ਤੌਰ ਤੇ ਵੈਸੇ ਸੁਭਾਵਿਕ ਦੇਖਿਆ ਜਾਏ ਤਾਂ ਇਹ ਗੱਲ ਕੋਈ ਮਾੜੀ ਨਹੀਂ ਵੀ ਟ੍ਰੇਨ ਪੈਸੰਜਰ ਚੱਲੇ। ਪੈਸੰਜਰ ਟ੍ਰੇਨ ਦਾ ਮਤਲਬ ਇਹ ਵੀ ਹੁੰਦਾ ਕਿ ਸਸਤਾ ਕਿਰਾਇਆ ਹੈ, ਗਰੀਬ ਲੋਕ ਬਹੁਤ ਜਾਂਦੇ ਨੇ, ਇੱਕ ਦੂਜੇ ਥਾਂ ਜਾਣਾ ਚਾਹੀਦਾ, ਟ੍ਰੇਨਾਂ ਵੈਸੇ ਵੀ ਚੱਲਣੀਆਂ ਚਾਹੀਦੀਆਂ ਨੇ। ਪਰ ਕੁਐਸਚਨ ਹੈ ਕਿ ਜਦੋਂ 2 ਧਿਰਾਂ ਦੇ ਵਿੱਚ ਟਕਰਾਅ ਹੋਵੇ ਤਾਂ ਸਿਆਣਪ ਕਿ ਬਿਲਕੁਲ ਹੀ ਨਾ ਵਰਤਣਾ ਕੇਂਦਰ ਦੀ ਸਰਕਾਰ ਵੱਲੋਂ। ਪਹਿਲਾਂ ਮਾਲ ਗੱਡੀਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਪੈਸੰਜਰ ਉਸ ਤੋਂ ਬਾਅਦ ਵੀ ਚਲੇ ਜਾਣ ਤਾਂ ਕੋਈ ਗੱਲ ਨਹੀਂ ਹੈ। ਤੁਸੀਂ ਉਹਦੇ ਨਾਲ ਜ਼ਬਰਦਸਤੀ ਬੰਨ੍ਹ ਦੇਣਾ ਕਿ ਜਿੰਨਾ ਚਿਰ ਆਹ ਨਹੀਂ ਮੰਨੋਗੇ ਮੈਂ ਇਹ ਵੀ ਨਹੀਂ ਕਰੂੰਗਾ। ਜੇ ਖਾਦ ਨਹੀਂ ਪ੍ਰੋਪਰ ਆਏਗੀ ਤਾਂ ਕਣਕ ਦੀ ਬਿਜਾਈ 'ਤੇ ਅਸਰ ਪਏਗਾ। ਜੇਕਰ ਹੌਜ਼ਰੀ ਦਾ ਐਡਾ ਵੱਡਾ ਸਮਾਨ ਪਿਆ ਜਿਹੜਾ ਉਹ ਹੈ 8,500 ਕਰੋੜ ਦਾ, ਉਹ ਨਹੀਂ ਜਾਏਗਾ ਤਾਂ ਫੈਕਟਰੀਆਂ ਹੋਰ ਬੰਦ, ਪਹਿਲਾਂ ਹੀ ਉਹ ਲਾਕਡਾਊਨ 'ਚੋਂ ਹੋ ਕੇ ਗੁਜ਼ਰੀਆਂ ਹੋਈਆਂ ਨੇ, ਕਿੰਨੇ ਲੋਕਾਂ ਦੀ ਰੋਜੀ ਰੋਟੀ ਚਲੀ ਗਈ ਹੈ। ਇਹਦਾ ਮਤਲਬ ਤੁਸੀਂ ਕੀ ਉਹਨਾਂ ਲੋਕਾਂ ਦਾ ਧਿਆਨ ਰੱਖੇ ਬਿਨਾਂ ਆਪਣੀ ਅੜੀ ਕਰੋਗੇ? ਪਹਿਲਾਂ ਤੁਸੀਂ ਉਹ ਗੱਡੀਆਂ ਚਲਾ ਲਓ। ਮੰਨ ਲਓ ਲੋਕ ਇਹ ਕਹਿੰਦੇ ਨੇ ਜੇ 100 ਗੱਡੀ ਚੱਲਣੀ ਹੈ, 100 ਨਹੀਂ ਚੱਲਦੀ, ਪਹਿਲਾਂ 20 ਲਈ ਜਗ੍ਹਾ ਬਣ ਗਈ, 20 ਕਿਉਂ ਨਹੀਂ ਚਲਾ ਸਕਦੇ ਜੀ, ਜੇ ਉਹਦੀ ਜ਼ਿੰਮੇਵਾਰੀ ਕੋਈ ਹੋਰ ਲੈਣ ਲਈ ਤਿਆਰ ਹੈ। ਇਸ ਲਈ ਸੈਂਟਰ ਸਟੇਟ ਰਿਲੇਸ਼ਨ ਦੇ ਵਿੱਚ ਹਮੇਸ਼ਾ ਸਰਕਾਰ ਟੂ ਸਰਕਾਰ, ਗਵਰਨਮੈਂਟ ਟੂ ਗਵਰਨਮੈਂਟ ਫੈਸਲੇ ਹੁੰਦੇ ਨੇ। ਜੇ ਪੰਜਾਬ ਸਰਕਾਰ, ਪੰਜਾਬ ਦਾ ਚੀਫ ਮਿਨਿਸਟਰ ਇਹ ਲਿਖ ਕੇ ਦਿੰਦਾ ਹੈ ਕਿ ਮੇਰੀ ਜ਼ਿੰਮੇਵਾਰੀ ਆ ਮਾਲ ਗੱਡੀਆਂ ਭੇਜੋ, ਤਾਂ ਕੇਂਦਰ ਸਰਕਾਰ ਨੂੰ ਇਹ ਅੜੀ ਨਹੀਂ ਕਰਨੀ ਚਾਹੀਦੀ ਕਿ ਕਿਸੇ ਨਾਲ ਪਹਿਲਾਂ ਆਹ ਕਰੋਗੇ ਆਹ ਕਰੋਗੇ। ਉਹ ਕਹਿੰਦੇ 31 ਜਗ੍ਹਾ ਤੇ ਧਰਨੇ ਨੇ, ਚੀਫ ਮਿਨਿਸਟਰ ਕਹਿੰਦਾ ਕਿ ਕਿਸੇ ਰੇਲਵੇ ਟਰੈਕ ਤੇ ਧਰਨਾ ਨਹੀਂ ਹੈ। ਤਾਂ ਹੁਣ ਇਹ ਤਾਂ ਸਵਾਲ ਇਹ ਹੈ ਕਿ ਤੁਹਾਡੇ ਕੋਲ ਇਨਫੋਰਮੇਸ਼ਨ 31 ਦੀ ਆਪਣੀ ਇੰਡੀਪੈਂਡੈਂਟ ਕਿੱਥੋਂ ਹੈ? ਤੁਸੀਂ ਸੂਬਾ ਸਰਕਾਰ ਤੋਂ ਹੀ ਲਾਓਗੇ। ਔਰ ਜੇ ਗੱਡੀਆਂ ਆਉਣਗੀਆਂ, ਜੇ ਉੱਥੇ ਧਰਨੇ ਹੋਣਗੇ ਤਾਂ ਚੁਕਾਉਣ ਦੀ ਜ਼ਿੰਮੇਵਾਰੀ ਜੇ ਰੇਲਵੇ ਲਾਈਨ ਤੇ ਹੈ ਤਾਂ ਚੀਫ ਮਿਨਿਸਟਰ ਨੇ ਲਾਈ ਹੈ। ਤਾਂ ਤੁਸੀਂ ਕਿਉਂ ਵਿੱਚ ਅੜੀਅਲ ਰੁਕੋ? ਇਹਦਾ ਮਤਲਬ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਨੂੰ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨੂੰ, ਪੰਜਾਬੀਆਂ ਦੀ ਜ਼ਿੰਮੇਵਾਰੀ ਨੂੰ, ਕਿਸਾਨ ਜਥੇਬੰਦੀਆਂ ਵੱਲੋਂ 20 ਤਰੀਕ ਤੱਕ ਕੋਈ ਮਾਲ ਗੱਡੀ ਨਾ ਰੋਕਣ ਦੀ ਐਲਾਨਾਂ ਨੂੰ ਤੁਸੀਂ ਕੋਈ ਤਵੱਜੋ ਨਹੀਂ ਦਿੰਦੇ। ਤੁਸੀਂ ਕੁਝ ਨਹੀਂ ਸਮਝਦੇ। ਤੁਸੀਂ ਉਹਨਾਂ ਤੇ ਬੇਭਰੋਸਗੀ ਪੈਦਾ ਕਰ ਰਹੇ ਹੋ। ਜਦੋਂ ਇਸ ਲੈਵਲ ਦੀ ਬੇਭਰੋਸਗੀ ਪੈਦਾ ਕੀਤੀ ਜਾਏਗੀ ਕੇਂਦਰ ਦੀ ਸਰਕਾਰ ਵੱਲੋਂ, ਤਾਂ ਇਹ ਮਤਲਬ ਜਿਹੜੇ ਡੈਮੋਕ੍ਰੈਟਿਕ ਤਰੀਕੇ ਦੇ ਚੱਲ ਰਹੇ ਸਟਰਗਲ ਨੇ, ਸੰਘਰਸ਼ ਨੇ, ਔਰ ਸਾਡਾ ਸੰਵਿਧਾਨ ਇਹ ਕਹਿੰਦਾ ਕਿ ਸਾਰਿਆਂ ਨੂੰ ਇਹ ਹੱਕ ਹੈ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀ ਗੱਲ ਕਹਿਣ ਦਾ, ਪਰ ਅੱਗੇ ਸੁਣਨ ਵਾਲੇ ਬੰਦੇ ਵੀ ਹੋਣੇ ਚਾਹੀਦੇ ਨੇ। ਔਰ ਸੁਣ ਕੇ ਇਸ ਗੱਲ ਨੂੰ ਹੋਰ ਵਿਗੜਨ ਤੋਂ ਰੋਕਣ ਦੇ ਵਾਸਤੇ ਕੇਂਦਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਜੀ ਹਮੀਰ ਸਿੰਘ ਜੀ, ਜੇਕਰ ਗੱਲ ਕਰੀਏ ਆਪਾਂ ਵੀ ਚਾਹੇ ਕਿਸਾਨ ਸੰਘਰਸ਼ ਦੀ ਗੱਲ ਕਰ ਲਈਏ, ਚਾਹੇ ਹੁਣ ਜਿਹੜਾ ਹੈਗਾ ਮਾਲ ਗੱਡੀਆਂ ਨੂੰ ਸ਼ੁਰੂ ਕਰਨ ਦੀ ਗੱਲ ਕਰੀਏ, ਕੇਂਦਰ ਜਿਹੜਾ ਹੈਗਾ ਨਾ ਤਾਂ ਪੰਜਾਬ ਦੇ ਕਿਸੇ ਸੰਘਰਸ਼ ਕਰਨ ਵਾਲੀ ਜਥੇਬੰਦੀ ਦੀ ਗੱਲ ਸੁਣਨ ਨੂੰ ਤਿਆਰ ਹੈ, ਤੇ ਨਾ ਹੀ ਹੁਣ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਗੱਲ ਵੱਲ ਜਿਹੜਾ ਹੈਗਾ ਗੌਰ ਕਰਨ ਲਈ
ਤਿਆਰ ਹੈਗਾ ਵੀ ਕਿ ਉਹ ਆਪਣੀ ਹੀ ਜਿਹੜੀ ਗੱਲਾਂ ਹੈਗੀਆਂ, ਆਪਣੇ ਹੀ ਫੈਸਲੇ ਹੈਗੇ ਪੰਜਾਬ ਤੇ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਤੇ ਥੋਪਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿ ਇਹਦੇ ਨਾਲ ਜਿਹੜਾ ਹੈਗਾ ਸੂਬੇ ਅਤੇ ਕੇਂਦਰ ਦੇ ਵਿੱਚ ਜਿਹੜਾ ਇੱਕ ਟਕਰਾਅ ਦੀ ਸਥਿਤੀ ਪੈਦਾ ਹੋ ਰਹੀ ਹੈ। ਇੱਕ ਤਾਂ ਇਹਦਾ ਦੇਸ਼ ਤੇ ਕੀ ਪ੍ਰਭਾਵ ਪਏਗਾ, ਇਹਦੇ ਨਾਲ ਹੀ ਜਿਹੜਾ ਹੈਗਾ ਹੁਣ ਜਥੇਬੰਦੀਆਂ ਦੇ ਆਗੂਆਂ ਵੱਲੋਂ, ਮਾਹਿਰਾਂ ਵੱਲੋਂ ਇਹ ਵੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਵੀ ਕਿ ਪ੍ਰਧਾਨ ਮੰਤਰੀ ਜੀ ਆਉਂਦੇ ਨੇ, ਆਪਣੇ ਮਨ ਦੀ ਗੱਲ ਕਹਿੰਦੇ ਨੇ ਵੀ ਕਿ ਮਨ ਕੀ ਬਾਤ ਕਰੀ ਤੇ ਚਲੇ ਜਾਂਦੇ ਨੇ। ਦੂਜੀ, ਚਾਹੇ ਕੋਈ ਸੂਬਾ ਸਰਕਾਰ ਹੈ, ਚਾਹੇ ਕੋਈ ਜਥੇਬੰਦੀ ਹੈ, ਉਹਦੀ ਕੋਈ ਗੱਲ ਸੁਣਨ ਦੀ ਜਿਹੜਾ ਹੈਗਾ ਉਹ ਸਮਰੱਥਾ ਨਹੀਂ ਰੱਖਦੇ, ਨਾ ਕੋਈ ਗੱਲ ਸੁਣਦੇ ਨੇ। ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਜਿਹੜਾ ਇੱਕ ਪੂਰੀ ਚੁਣੀ ਹੋਈ ਲੀਡਰਸ਼ਿਪ ਜਾਂ ਉੱਥੇ ਦੀਆਂ ਜਨਤਕ ਜਥੇਬੰਦੀਆਂ ਦੀ ਗੱਲ ਨਾ ਸੁਣਨ ਦਾ ਮਤਲਬ, ਜਾਂ ਉਹਨਾਂ ਨੂੰ ਸਬਕ ਸਿਖਾਉਣ ਦਾ ਤਰੀਕਾ, ਇੱਕ ਤਰ੍ਹਾਂ ਨਾਲ ਇਹ ਮੈਸੇਜ ਆ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਕਿ ਕੇਂਦਰ ਸਰਕਾਰ ਪੰਜਾਬ ਦੀ ਬੇਇੱਜ਼ਤੀ ਕਰ ਰਹੀ ਹੈ। ਇਕੱਲੇ ਇੱਕ ਵਿਅਕਤੀ ਦਾ ਸਵਾਲ ਨਹੀਂ, ਇੱਕ ਜਥੇਬੰਦੀ ਦਾ ਸਵਾਲ ਨਹੀਂ, ਇਕੱਲੇ ਗੌਰਮੈਂਟ ਦੇ ਚੁਣੇ ਇਕੱਲੇ 2 ਨੁਮਾਇੰਦਿਆਂ ਦਾ ਸਵਾਲ ਨਹੀਂ, ਉਹਨਾਂ ਦੇ ਪਿੱਛੇ ਪੂਰੀ ਪੰਜਾਬ ਦੀ ਭਾਵਨਾ ਹੈ। ਅਤੇ ਉਹ ਪੰਜਾਬ ਦੀ ਭਾਵਨਾ ਨੂੰ ਤੁਸੀਂ ਜਦੋਂ ਰੱਦ ਕਰਦੇ ਹੋ ਤਾਂ ਇੱਕ ਪੂਰੀ ਕਮਿਊਨਿਟੀ, ਪੂਰੇ ਸੂਬੇ, ਪੂਰੇ ਲੋਕਾਂ ਦੀ ਇਨਸਲਟ ਹੈ ਵਜੋਂ ਦੇਖਿਆ ਜਾ ਰਿਹਾ ਹੈ। ਔਰ ਇਸ ਗੱਲ ਤੋਂ ਹਮੇਸ਼ਾ ਹੀ ਗੁਰੇਜ਼ ਕਰਨਾ ਹੁੰਦਾ ਕਿ ਜਦੋਂ ਤੁਸੀਂ ਇੱਕ ਵੱਡੇ ਭਾਈਚਾਰੇ ਦੀ ਬੇਇੱਜ਼ਤੀ ਦੀ ਤਰ੍ਹਾਂ ਪੇਸ਼ ਆਉਂਦੇ ਹੋ ਤਾਂ ਉਹਦੇ ਕੋਲ ਕੋਈ ਚਾਰਾ ਨਹੀਂ, ਤੁਸੀਂ ਛੱਡਦੇ ਉਦੋਂ ਬਾਅਦ ਕਿ ਉਹ ਕਿਸ ਤਰੀਕੇ ਨਾਲ ਰਿਐਕਟ ਕਰੇ, ਕਿਵੇਂ ਕਰੇ, ਕਿਹੋ ਜਿਹੀ ਆਪਣੀ ਹੋਰ ਮੂਵਮੈਂਟ ਨੂੰ ਕਿਵੇਂ ਤੇਜ਼ ਕਰੇ, ਤੁਹਾਨੂੰ ਇਹ ਦੱਸਣ ਦੇ ਵਾਸਤੇ ਕਿ ਅਸੀਂ ਤੁਹਾਡੇ ਨਾਲ ਨਾਰਾਜ਼ ਹਾਂ। ਇਦੋਂ ਪਹਿਲਾਂ ਵੀ ਇਹ ਸਰਕਾਰ ਦੀ ਮੇਰੇ ਖਿਆਲ ਹੈ ਪਹੁੰਚ ਹੀ ਇਹੋ ਜਿਹੀ ਹੈ, ਉਹਦਾ ਲੋਕਾਂ ਨਾਲ ਸਰੋਕਾਰ ਨਹੀਂ ਹੈ। ਜੰਮੂ ਕਸ਼ਮੀਰ ਦੇ ਵਿੱਚ ਸਪੈਸ਼ਲ ਸਟੇਟਸ ਵਾਲੇ ਰਾਜ ਨੂੰ ਤੋੜ ਕੇ ਮਤਲਬ ਯੂਨੀਅਨ ਟੈਰੀਟਰੀ 'ਚ ਬਦਲ ਦਿੱਤਾ ਗਿਆ। ਇਹ ਤੋਂ ਬਾਅਦ ਵੀ ਜਿਹੜੇ ਉਹਦੇ ਡੈਮੋਕ੍ਰੈਟਿਕਲੀ ਚੁਣੇ ਹੋਏ ਲੀਡਰ ਜਿਹੜੇ ਮੁੱਖ ਮੰਤਰੀ ਰਹੇ, ਉਹਦੇ 'ਚੋਂ 2 ਤਾਂ ਇਹੋ ਜਿਹੇ ਸੀ ਮੁੱਖ ਮੰਤਰੀ ਰਹੇ। ਇੱਕ ਉਹ ਮੁੱਖ ਮੰਤਰੀ ਮਹਿਬੂਬਾ ਮੁਫਤੀ ਜਿਹਦੇ ਨਾਲ ਬੀਜੇਪੀ ਨੇ ਰਲ ਕੇ ਵੀ ਸਰਕਾਰ ਬਣਾਈ, ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ ਸੁੱਟ ਦਿੰਦੇ ਹੋ। ਅਤੇ ਉਦੋਂ ਬਾਅਦ ਵੀ ਉਹ ਫਿਰ ਬਾਹਰ ਆਉਂਦੇ ਨੇ, ਬਾਹਰ ਆ ਕੇ ਵੀ ਉਹ ਸਾਰੇ ਸਾਂਝਾ ਫੈਸਲਾ ਕਰਦੇ ਨੇ ਕਿ ਸਾਡੇ ਨਾਲ ਗੱਲ ਨਹੀਂ ਹੋਈ, ਸਾਡੇ ਨਾਲ ਧੋਖਾ ਕੀਤਾ ਗਿਆ। ਔਰ ਜਦੋਂ ਤੁਸੀਂ ਸਟੇਟ ਟੂ ਸਟੇਟ ਇਹ ਮਨਾ ਚਾਉਣਾ ਸ਼ੁਰੂ ਹੋ ਜਾਏਗਾ ਇਕੱਲੇ ਇਕੱਲੇ ਦੇ ਦਿਮਾਗਾਂ ਦੇ ਵਿੱਚ ਕਿ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ, ਸਾਡੇ 'ਤੇ ਅਤਿਆਚਾਰ ਕੀਤਾ ਜਾ ਰਿਹਾ, ਸਾਡੀ ਸੁਣਵਾਈ ਨਹੀਂ ਹੋ ਰਹੀ। ਜਦੋਂ ਬੇਇਨਸਾਫੀ ਦਾ ਇੱਕ ਆਲਮ ਹੋ ਜੇ ਤਾਂ ਉਹ ਨਾ ਦੇਸ਼ ਲਈ ਠੀਕ ਹੈ, ਨਾ ਇਨਸਾਨੀਅਤ ਲਈ ਠੀਕ ਹੈ, ਨਾ ਕਿਸੇ ਖਿੱਤੇ ਲਈ ਠੀਕ ਹੈ। ਔਰ ਇਸੇ ਕਰਕੇ ਜਿਹੜਾ ਸਾਡੇ ਵੀ ਹੈ, ਈਵਨ ਪੰਜਾਬ ਜਿਵੇਂ ਗੁਪਕਾਰ ਐਲਾਨਨਾਮੇ 'ਤੇ ਅੱਜ ਤੱਕ ਪਹਿਲੀ ਵਾਰ ਕਸ਼ਮੀਰ ਨਾਲ ਸੰਬੰਧਿਤ 6 ਮੇਨ ਪਾਰਟੀਆਂ ਇਕੱਠੀਆਂ ਹੋਈਆਂ ਨੇ, ਉਵੇਂ ਪੰਜਾਬ ਦੀਆਂ ਪਾਰਟੀਆਂ ਨੂੰ ਵੀ ਆਪਣੇ ਬਹੁਤ ਛੋਟੇ ਸਵਾਰਥੀ ਹਿੱਤ ਭੁੱਲ ਕੇ ਇਕੱਠੇ ਹੋਣਾ ਪਏਗਾ। ਔਰ ਇਸ ਸਟਰਗਲ ਨੂੰ ਕੇਵਲ ਗੌਰਮੈਂਟ ਦਾ ਨਹੀਂ ਸਵਾਲ ਹੈ, ਇਹਨੂੰ ਇੱਕ ਰੂਪ ਦੇਣਾ ਪਏਗਾ, ਜਨਤਕ ਤੌਰ 'ਤੇ ਸਿਆਸੀ ਮੈਦਾਨ ਵੀ ਭਖਾਉਣਾ ਪਏਗਾ ਨਾਲ ਦੀ ਨਾਲ ਪਾਰਟੀਆਂ ਨੂੰ। ਹੋਰਾਂ ਰਾਜਾਂ ਦੀਆਂ ਪਾਰਟੀਆਂ ਨਾਲ ਵੀ ਗੱਲ ਕਰਨੀ ਪਏਗੀ। ਜੇ ਕੇਂਦਰ ਇਹੀ ਅੜੀ ਵਾਲਾ ਵਤੀਰਾ ਅਪਣਾਉਂਦਾ ਤਾਂ ਹੋਰ ਬਹੁਤ ਪਾਰਟੀਆਂ ਨੇ ਜਿਹੜੀਆਂ ਉਹਦੇ ਵਤੀਰੇ ਦਾ ਸ਼ਿਕਾਰ ਹੋ ਰਹੀਆਂ ਨੇ ਉਸੇ ਪੱਧਰ ਦੇ ਉੱਤੇ। ਔਰ ਇਸ ਦੇ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ, ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਪਾਰਟੀ ਉਹ ਵੀ ਇਹਦੇ 'ਚੋਂ ਉਹ ਸਟੈਂਡ ਲੈ ਰਹੀ ਹੈ, ਪਰ ਉਹ ਮਿਸ਼ਨ ਬਾਈ ਹੀ ਦੇਖ ਰਹੀ ਹੈ। ਅਜੇ ਤੱਕ ਉਹ ਸਲੀਕੇ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਬੁਲਾ ਕੇ ਰਾਏ ਕਰਕੇ ਫੈਸਲੇ ਨਹੀਂ ਲੈ ਰਹੀ। ਉਹਨੂੰ ਵੀ ਆਪਣਾ ਐਟੀਟਿਊਡ ਬਦਲਣਾ ਚਾਹੀਦਾ ਕਿ ਉਹ ਬਾਕੀ ਸਭ ਪਾਰਟੀਆਂ ਦੀ ਆਲ ਪਾਰਟੀ ਮੀਟਿੰਗ ਬੁਲਾਵੇ, ਮੀਟਿੰਗ ਬੁਲਾ ਕੇ ਉਹਨਾਂ ਨਾਲ ਰਣਨੀਤੀ 'ਤੇ ਵਿਚਾਰ ਕਰੇ ਅਤੇ ਉਦੋਂ ਬਾਅਦ ਅਗਲੀ ਗੱਲ ਕਰੇ। ਪਰ ਜੇ ਉਹਨਾਂ ਵੀ ਉਹਦੀ ਨਲਾਇਕੀ ਇਸ ਲੈਵਲ ਦੀ ਉਹ ਨਹੀਂ ਕਰਦੀ ਤਾਂ ਅਕਾਲੀ ਦਲ, ਆਪ ਜਾਂ ਇਹੋ ਜਿਹੀਆਂ ਇਹ ਪਾਰਟੀਆਂ ਕੇਵਲ ਇੱਥੋਂ ਦੀ ਸਰਕਾਰ ਦੇ ਖਿਲਾਫ ਹੀ ਧਰਨਾ ਦੇਣ ਦੀ ਬਜਾਏ ਜਿਹੜਾ ਮੋਦੀ ਜਾਂ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਧਾਰ ਹੈ ਸੰਘਰਸ਼ ਦੀ, ਉਹਨੂੰ ਖੁੰਡਾ ਕਰਨ ਦਾ ਰੋਲ ਪਲੇ ਕਰਦੀਆਂ ਨੇ। ਉਹ ਕਿਤੇ ਨਾ ਕਿਤੇ ਉਹਦੇ ਫੇਵਰ 'ਚ ਭੁਗਤ ਰਹੀਆਂ ਨੇ ਜੇਕਰ ਇਸ ਲੈਵਲ ਦੇ ਮਾਮਲਾ ਹੋਏ। ਇਸ ਲਈ ਇਹ ਸਭ ਦੀ ਜ਼ਿੰਮੇਵਾਰੀ ਹੈ, ਬਲਕਿ ਉਹ ਪਾਰਟੀਆਂ ਨੂੰ, ਅਮਰਿੰਦਰ ਸਿੰਘ ਨੂੰ ਇਹ ਮਜਬੂਰ ਕਰਨਾ ਚਾਹੀਦਾ ਕਿ ਤੁਸੀਂ ਇਕੱਲੇ ਕਿਉਂ ਫੈਸਲਾ ਕਰਦੇ ਹੋ, ਆਪਾਂ ਰਲ ਕੇ ਫੈਸਲਾ ਕਰਾਂਗੇ। ਔਰ ਵੰਡਿਆ ਹੋਇਆ ਸੰਘਰਸ਼ ਸ਼ਾਇਦ ਹੁਣ ਜਿਹੋ ਜਿਹੇ ਵਤੀਰਾ ਹੈ ਕੇਂਦਰ ਸਰਕਾਰ ਦਾ, ਉਹ ਉਸ ਰੂਪ 'ਚ ਨਤੀਜੇ ਨਹੀਂ ਕੱਢੇਗਾ। ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਲੋੜ ਹੈ ਔਰ ਇਕਜੁੱਟ ਸੰਘਰਸ਼ ਹੀ ਤਾਕਤ ਬਣਾਏਗਾ। ਅਤੇ ਪੰਜਾਬੀਆਂ ਦੀ ਜਿਹੜੀ ਇਹ ਤਾਕਤ ਹੈ ਇਹ ਦੂਜੇ ਸੂਬਿਆਂ ਨੂੰ ਵੀ ਬਲ ਦਊਗੀ ਕਿ ਉਹ ਵੀ ਇਕੱਠੇ ਹੋਣ ਅਤੇ ਇਕੱਠੇ ਹੋ ਕੇ ਫਿਰ ਇੱਕ ਪੂਰਾ ਸ਼ਕਤੀਆਂ ਦਾ ਤਵਾਜ਼ਨ ਬਦਲੇ। ਜਦੋਂ ਸ਼ਕਤੀਆਂ ਦਾ ਤਵਾਜ਼ਨ ਬਦਲਦਾ ਉਦੋਂ ਵੱਡੇ ਵੱਡਿਆਂ ਨੂੰ ਵੀ ਕਈ ਵਾਰ ਸੁਣਨਾ ਪੈਂਦਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਨਵੇਂ ਮੁੱਦੇ ਨੂੰ ਲੈ ਕੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।